करतार लेख ना मिट ही है सखी जो लिखिया करतार। लेख ना मिट ही है सखी जो लिखिया करतार। लेख ना मिट ही है सखी जो लिखिया करतार। जप लो लेख ना मिट ही जो लिखिया करतार। लेख ना मिट ही है सखी जो लिखिया करतार। जप लो लेख ना मिट ही है सखी जो लिखिया करतार। आपे कारण जिन किया कर कृपा पगतार। आपे कारण जिन किया कर कृपा पगतार। लेख ना मिट ही है सखी जो लिखिया करतार। मिट ही है सखी जो लिखिया करतार। करते हथ वड्याइयां पूजो गुर विचार। करते हथ वड्याइयां पूजो गुर विचार। लिखिया फेर ना सकिए लिखिया फेर ना सकिए ज्यों पावी त्यों सार। ज्यों पावी त्यों सार। लेख ना मिट ही है सखी जो लिखिया करतार। जप लो लेख ना मिट ही है सखी जो लिखिया करतार। नदर तेरी सुख पाया नानक शब्द विचार। नदर तेरी सुख पाया नानक शब्द विचार। मन मुख फूले पच मुए मन मुख फूले
पच मुए उबरे गुर विचार उबरे गुर विचार लेख न मिटही हे सखी जो लिखिया करतार जप लो लेख ना मिटई हे सखी जो लिखिया करतार लेख ना मिटही हे सखी जो लिखिया करतार जैसी कलम मुड़ी है मस्तक तैसी जियड़े पास कीर्तन का विषय है कर्मां का फल एक ऐसी अगम्मी कलम नाल तेरे कीते हुए कर्मां अनुसार तेरे मस्तक ते लेख लिख दिते गए ने ना उन्हां नूं कोई पढ़ सकदा है ना समझ सकदा है ना कोई उन्हां नूं बदल सकदा है लेख ना मिटही हे सखी जो लिखिया करतार जपो जी लेख ना मिटई हे सखी जो लिखिया करतार एक बारी सारे मिलके जपियो जी लेख ना मिटही हे सखी जो लिखिया करतार जप लो लेख ना मिटई हे सखी जो लिखिया करतार गुरु ग्रंथ ਸਾਹਿਬ महाराज जी दी एक एक पंक्ति एक मजमून है एक विषय है सतसंगीओ कर्मां दा फल बहुत गुंझलदार सवाल है कर्मां दे हरेक धर्म दे अपने अपने ख्याल ने कर्मां प्रति पर जो मैं तुहानूं सुणावांगा गुरमत दे कर्मां प्रति की ख्याल ने आप जी बाणी विचों सरवण करियो गुरु ग्रंथ ਸਾਹਿਬ ਦੀ ਜਦੋਂ ਕਰਮਾਂ ਦੀ ਗੱਲ ਕਰਦੇ ਨੇ ਤੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਇਹ ਸਰੀਰ ਜ਼ਮੀਨ ਹੈ ਇਸ ਜ਼ਮੀਨ ਵਿੱਚ ਜੋ ਬੀਜੇਗਾ ਤੂੰ ਉਹੀ ਵੱਢੇਗਾ ਫਿਰ ਸੁਣਿਆ ਜੀ ਇਹ ਸਰੀਰ ਇੱਕ ਜ਼ਮੀਨ ਹੈ ਜੋ ਬੀਜੇਗਾ ਉਹੀ ਵੱਢੇਗਾ खेत शरीर जो बीजिए अंत खलोता आए फिर इंज कह लेंगे जे दुख ने कलेश ने विपता है जरूर बीजा लिया सी जे जीवन विच कलेश आ गया है ना ਜ਼ਰੂਰ ਕਿਸੇ ਲਈ ਤੂੰ ਵੀ ਕਲੇਸ਼ ਖੜਾ ਕੀਤਾ ਹੋਣਾ ਏ ਪਲਟ ਕੇ ਤੇਰੀ ਝੋਲੀ ਆਇਆ ਹੈ ਕਰਮਾਂ ਦਾ ਫਲ ਜੇ ਜੀਵਨ ਵਿੱਚ ਦੁੱਖ ਆ ਗਏ ਨੇ ਜ਼ਰੂਰ ਕਿਸੇ ਨੂੰ ਦੁੱਖ ਦਿੱਤਾ ਹੋਵੇਗਾ ਪਲਟ ਕੇ ਤੇਰੀ ਝੋਲੀ ਆਇਆ ਹੈ ਜੇ ਖੁਸ਼ੀਆਂ ਆ ਗਈਆਂ ਨੇ ਨਾ ਜ਼ਰੂਰ ਖੁਸ਼ੀਆਂ ਵੰਡੀਆਂ ਹੋਣੀਆਂ ਨੇ ਪਲਟ ਕੇ ਤੇਰੀ ਝੋਲੀ ਆਈਆਂ ਨੇ ਕਿਉਂ ਜੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ
ਬੀਜਿਆ ਸੀ ਤਾਂ ਹੀ ਤੈਨੂੰ ਵੱਢਣਾ ਪਿਆ। ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਦੀ ਉਦਾਹਰਣ ਦਿੱਤੀ, ਕਰਮਾਂ ਦੀ ਗੱਲ ਕਰਦੇ ਆ। ਉਹ ਇੱਕ ਪ੍ਰਚਲਿਤ ਜਿਹੀ ਕਹਾਣੀ ਲੈਂਦੇ ਨੇ। ਪ੍ਰਚਲਿਤ ਕਹਾਣੀਆਂ ਤਾਂ ਲਈ ਜਾਂਦੀਆਂ ਨੇ ਕਿਉਂਕਿ ਉਹ ਸਾਨੂੰ ਤੁਹਾਨੂੰ ਆਉਂਦੀਆਂ ਹੁੰਦੀਆਂ ਨੇ। ਜਦੋਂ ਗੱਲ ਹੁੰਦੀ ਹੈ ਤੇ ਗੱਲ ਛੇਤੀ ਸਮਝ ਆ ਜਾਂਦੀ ਹੈ। ਸੁਣਿਓ ਜੀ ਸ਼ਰਧਾ ਨਾਲ ਭਾਈ ਗੁਰਦਾਸ ਜੀ ਦੀ ਪਿਆਰੇ ਜਿਹੇ ਬੋਲ ਕਰਮਾਂ ਪ੍ਰਤੀ ਉਹ ਕਿਵੇਂ ਸਮਝਾਉਂਦੇ ਨੇ। ਅੰਦਰ ਸਮਾਦ ਉਦਾਸਣੇ, ਮੱਥੇ ਵਾਲ ਦਰੋਪਤੀ ਆਂਦੀ। ਦ੍ਰੋਪਦੀ ਨੂੰ ਕੇਸਾਂ ਤੋਂ ਪਕੜ ਕੇ ਭਰੇ ਦਰਬਾਰ ਵਿੱਚ ਖਿੱਚ ਕੇ ਲੈ ਆਉਂਦਾ ਹੈ। ਦੂਤਾਂ ਨੂੰ ਫੁਰਮਾਇਆ, ਨੰਗੀ ਕਰੋ ਪੰਚਾਲੀ ਬਾਂਦੀ। ਪੰਜੇ ਪਾਂਡਵ ਵੇਖਦੇ, ਔਖਟ ਰੁੱਦੀ ਨਾਰਦ ਨਾਂਦੀ। ਪੰਜ ਪਾਂਡਵ ਵੇਖ ਰਹੇ ਨੇ ਜਿਨ੍ਹਾਂ ਦੀ ਘਰਵਾਲੀ ਮੁਸੀਬਤ ਵਿੱਚ ਫਸੀ ਹੋਈ ਹੈ। ਅੱਖੀ ਮੀਟ ਧਿਆਨ ਤਰ, ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਕੱਪੜ ਕੋਟਿ ਉਸਾਰੀਆਂ, ਥੱਕੇ ਦੂਤ ਨਾ ਪਾਰ ਵਿਸ਼ਰਾਂਦੀ। ਹੱਥ ਮਰੋੜਨ ਸਿਰ ਧੁਨਣ, ਪਛੋਤਾਣ ਕਰਨ ਜੈ ਜਾਂਦੀ। ਘਰ ਆਈ ਠਾਕੁਰ ਮਿਲੇ, ਪੈਜ ਰਹੇ ਬੋਲੇ ਸ਼ਰਮਾਂਦੀ। ਘਰ ਆਈ ਠਾਕੁਰ ਮਿਲੇ। ਕੌਣ ਮਿਲੇ? ਕ੍ਰਿਸ਼ਨ ਜੀ ਮਿਲੇ ਨੇ। ਤੇ ਉਹ ਪੁੱਛਦੇ ਨੇ, ਕਹਿੰਦੇ ਇੱਜ਼ਤ ਰਹਿ ਗਈ, ਪੈਜ ਰਹਿ ਗਈ। ਘਰ ਆਈ ਠਾਕੁਰ ਮਿਲੇ, ਪੈਜ ਰਹੇ ਬੋਲੇ ਸ਼ਰਮਾਂਦੀ। ਸ਼ਰਮਾਂਦੀ ਹੋਈ ਬੋਲਦੀ ਏ, ਕਹਿੰਦੀ ਰਹਿ ਗਈ ਏ। ਫਿਰ ਉਹ ਕਹਿੰਦੀ ਪੈਜ ਤੇ ਰਹਿ ਗਈ ਏ, ਪਰ ਇੱਜ਼ਤ ਖਰਾਬ ਵੀ ਬਹੁਤ ਹੋਈ ਏ। ਭਰੀ ਸਭਾ ਦੇ ਵਿੱਚ ਕੋਈ ਇਸਤਰੀ ਨੂੰ ਕੇਸਾਂ ਤੋਂ ਪਕੜ ਕੇ ਘਸੀਟ ਕੇ ਲਿਜਾਵੇ, ਥੋੜੀ ਬਰਾਦਰੀ ਏ। ਇੱਜ਼ਤ ਤੇ ਤੁਸਾਂ ਰੱਖ ਲਈ, ਤੁਸੀਂ ਬੇਇੱਜ਼ਤੀ ਵੀ ਬੜੀ ਕਰਾਈ ਹੈ। ਕ੍ਰਿਸ਼ਨ ਜੀ ਕਹਿੰਦੇ ਨੇ, ਬੇਟੀ ਸੁਣ ਮੇਰੀ ਗੱਲ, ਨਾ ਮੈਂ ਕਰਾਈ ਏ ਤੇਰੀ ਬੇਇੱਜ਼ਤੀ ਤੇ ਨਾ ਮੈਂ ਰੱਖੀ ਏ ਤੇਰੀ ਇੱਜ਼ਤ। ਇਹ ਤੇਰੇ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਹੈ। ਤੇਰੇ ਆਪਣੇ ਹੀ ਚੰਗੇ ਮੰਦੇ ਕੀਤਾਂ ਦਾ ਕੰਮ ਹੈ। ਕਹਿਣ ਲੱਗੀ, ਕਿਹੜੇ ਮਾੜੇ ਚੰਗੇ ਕਰਮ? ਕ੍ਰਿਸ਼ਨ ਜੀ ਫਿਰ ਯਾਦ ਕਰਾਉਂਦੇ ਨੇ, ਕਹਿੰਦੇ ਬੇਟੀ ਯਾਦ ਕਰ, ਤੁਸਾਂ ਬਣਾਇਆ ਰੰਗ ਮਹਿਲ, ਉਹਦਾ ਮਹੂਰਤ ਕੀਤਾ, ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਤੇ ਵਿੱਚ ਪਾਂਡਵ ਵੀ ਆਏ ਨੇ। ਇਹਨਾਂ ਨੇ ਰੰਗ ਮਹਿਲ ਬਣਾਇਆ ਸੀ ਜੋ ਹੁਣ ਵੀ ਖੰਡਰਾਤ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇੰਡੀਆ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਭੂਲ ਭੁਲਈਆ। ਬੰਦਾ ਅੰਦਰ ਜਾ ਕੇ ਭੁੱਲ ਜਾਂਦਾ ਹੈ। ਇਹਨਾਂ ਉਹਦਾ ਨਾਮ ਰੱਖਿਆ ਰੰਗ ਮਹਿਲ। ਜੋ ਦਿਸਦਾ ਸੀ ਉਹ ਹੈ ਨਹੀਂ ਸੀ, ਜੋ ਹੈ ਸੀ ਉਹ ਦਿਸਦਾ ਨਹੀਂ ਸੀ। ਕੁਝ ਇਸ ਤਰ੍ਹਾਂ ਦਾ ਸੀ, ਇੱਕ ਕਾਰੀਗਰ ਦੀ ਕਲਾ ਸੀ। ਜੋ ਦਰਵਾਜ਼ਾ ਸੀ ਉਹ ਦੀਵਾਰ ਸੀ, ਦੀਵਾਰ ਦਰਵਾਜ਼ਾ ਸੀ। ਜਿਹੜਾ ਰਸਤਾ ਸੀ ਉਹ ਡੂੰਘੀ ਖਾਈ ਸੀ ਤੇ ਜਿਹੜੀ ਡੂੰਘੀ ਖਾਈ ਉਹ ਰਸਤਾ ਸੀ। ਜਦੋਂ ਪਾਂਡਵ ਆਏ ਨਾ ਸਜ ਤਜ ਕੇ ਮਹੂਰਤ ਤੇ, ਆਂਦੇ ਦੀਵਾਰ ਵਿੱਚ ਵੱਜੇ ਤੇ ਦਰਬਾਰ ਉਹਨਾਂ ਨੂੰ ਸ਼ਰਮਿੰਦਿਆਂ ਕਰਦਾ ਹੈ, ਕਹਿੰਦਾ ਇੱਧਰ ਨੂੰ ਚਲੋ। ਜਦੋਂ ਉਹ ਰਸਤੇ ਤੇ ਤੁਰਨ ਲੱਗੇ, ਉਹ ਡੂੰਘੀ ਖਾਈ ਵਿੱਚ ਡਿੱਗ ਪਏ। ਡੂੰਘੀ ਖਾਈ ਵਿੱਚੋਂ ਨਿਕਲੇ ਨੇ, ਸਾਹਮਣੇ ਪਲੰਗ ਵਿਛੇ ਹੋਏ ਨੇ। ਜਦੋਂ ਪਲੰਗਾਂ ਤੇ ਬੈਠਣ ਲੱਗੇ, ਉਹ ਤੇ ਡੂੰਘੇ ਟੋਏ ਸਨ, ਡੂੰਘਿਆਂ ਟੋਇਆਂ ਵਿੱਚ ਡਿੱਗ ਪਏ। ਤੇ ਕ੍ਰਿਸ਼ਨ ਜੀ ਯਾਦ ਕਰਾਉਂਦੇ ਨੇ, ਕਹਿੰਦੇ ਬੇਟੀ ਯਾਦ ਕਰ, ਇਸ ਜਵਾਨ ਦੇ ਨਾਲ
ਇਸ ਸਰੀਰ ਰੂਪੀ ਜ਼ਮੀਨ ਵਿੱਚ ਤੂੰ ਇੱਕ ਮਾੜਾ ਫਲ ਬੀਜ ਲਿਆ ਸੀ। ਤੂੰ ਸਾਹਮਣੇ ਚਵਾਰੇ ਤੇ ਖਲੋਤੀ ਹੱਸ ਰਹੀ ਸੀ ਤੇ ਤਾਨਾ ਉਹਨਾਂ ਨੂੰ ਮਾਰ ਰਹੀ ਸੀ ਵੀ ਅੰਨਿਆਂ ਦੇ ਅੰਨੇ ਹੀ ਰਹੇ ਨਾ, ਉਹਨਾਂ ਦਾ ਪਿਓ ਅੰਨਾ ਸੀ। ਹੁਣ ਸਾਰੇ ਰਿਸ਼ਤੇਦਾਰ ਆਏ ਹੋਣ, ਏਡੇ ਲੋਕ ਹੋਣ ਤੇ ਇੱਜ਼ਤਦਾਰ ਬੰਦੇ ਹੋਣ, ਤੇ ਉਹ ਵਿੱਚ ਤਾਨਾ ਮਾਰਦੀ, ਕਹਿੰਦੀ ਅੰਨਿਆਂ ਦੇ ਅੰਨੇ ਹੀ ਰਹੇ ਨਾ। ਕ੍ਰਿਸ਼ਨ ਜੀ ਯਾਦ ਕਰਾਉਂਦੇ ਨੇ, ਕਹਿੰਦੇ ਜੇ ਅੱਜ ਤੇਰੀ ਨਰਾਦਰੀ ਹੋਈ ਹੈ ਨਾ, ਇਹ ਤੇਰਾ ਆਪਣਾ ਬੀਜਿਆ ਹੋਇਆ ਮਾੜਾ ਕਰਮਾਂ ਦਾ ਫਲ ਸੀ ਜਿਹੜਾ ਉੱਗ ਪਿਆ, ਤੇਰੀ ਬੇਇੱਜ਼ਤੀ ਹੋ ਗਈ। ਜਿਹੜੀ ਤੇਰੀ ਰਹੀ ਇੱਜ਼ਤ ਉਹ ਵੀ ਸੁਣ ਲੈ, ਉਹ ਇੱਕ ਤੇਰਾ ਚੰਗਾ ਬੀਜਿਆ ਹੋਇਆ ਫਲ ਸੀ। ਕਿਹੜਾ? ਕਹਿੰਦੇ ਇੱਕ ਦਿਨ ਤੂੰ ਨਦੀ ਦੇ ਕਿਨਾਰੇ ਤੇ ਜਾ ਰਹੀ ਸੀ। ਇਹ ਮੈਂ ਤੁਹਾਨੂੰ ਬਾਣੀ ਚੋਂ ਸੁਣਾ ਰਿਹਾ ਹਾਂ, ਪੰਗਤੀ ਵੀ ਮੈਂ ਤੁਹਾਨੂੰ ਸੁਣਾਵਾਂਗਾ, ਤੁਹਾਨੂੰ ਇੰਝ ਨਾ ਲੱਗੇ ਵੀ ਕਿਤੇ ਅੱਤ ਕਥਨੀ ਹੈ। ਇੱਕ ਦਿਨ ਤੂੰ ਨਦੀ ਦੇ ਕਿਨਾਰੇ ਜਾ ਰਹੀ ਸੀ, ਤੂੰ ਕੀ ਤੱਕਦੀ ਏ? ਸਿਆਲਾਂ ਦੀ ਰੁੱਤ ਹੈ, ਆ ਸਾਹਮਣੇ ਸਾਧੂ ਨੰਗਾ ਬੈਠਾ ਏ, ਉਹਦੇ ਕੋਲੋਂ ਕੱਪੜਾ ਕੋਈ ਨਹੀਂ, ਤੇ ਤੂੰ ਆਪਣੀ ਸਾੜੀ ਨਾਲੋਂ ਨਾ ਕੁਝ ਲੀਰ ਪਾੜ ਕੇ ਉਹਨੂੰ ਦਿੰਦੀ ਏ। ਤੂੰ ਫਿਰ ਕੀ ਦੇਖਿਆ? ਇੰਨੇ ਕੱਪੜੇ ਨਾਲ ਸਰਿਆ ਨਹੀਂ, ਫਿਰ ਲੀੜ ਪਾੜ ਕੇ ਦਿੱਤੀ, ਫਿਰ ਨਹੀਂ ਸਰਿਆ, ਫਿਰ ਤੂੰ ਕੀ ਕੀਤਾ? ਤਨ ਢੱਕਣ ਜੋਗਾ ਕੱਪੜਾ ਰੱਖ ਲਿਆ, ਬਾਕੀ ਸਾਰੀ ਸਾੜੀ ਉਹਨੂੰ ਦੇ ਦਿੱਤੀ। ਬੇਟੀ ਅੱਜ ਜਿਹੜੀ ਤੇਰੀ ਇੱਜ਼ਤ ਰਹੀ ਹੈ ਨਾ, ਉਹ ਨੰਗੇ ਸਾਧੂ ਨੂੰ ਜੋ ਇਸ ਹੱਥ ਨਾਲ ਚੰਗਾ ਬੀਜ ਬੀਜਿਆ ਸੀ, ਲੀਰਾਂ ਦਿੱਤੀਆਂ ਸੀ ਨਾ, ਉਹਨਾਂ ਤੇਰੀ ਇੱਜ਼ਤ ਤੇ ਖਰਾਬ ਕੀਤੀ, ਪਰ ਸਾੜੀਆਂ ਨਾ ਮੁੱਕੀਆਂ। ਬਾਣੀ ਦੀ ਪੰਕਤੀ, द्रौपदी कुपीन मात्र दई जो मुनीसुरै तां ते सभा मद वहे बसन प्रवाह दी। कहते ਉਹ ਜਿਹੜੀਆਂ द्रौपदी ने ਲੀਰਾਂ ਦਿੱਤੀਆਂ ਸੀ ਨਾ, द्रौपदी कुपीन मात्र दई जो मुनीसुरै तां ते सभा मद वहे बसन प्रवाह दी। ਜਿਹੜੀਆਂ द्रौपदी ਨੇ ਲੀਰਾਂ ਦਿੱਤੀਆਂ ਸੀ, ਜਦੋਂ ਨਰਾਦਰੀ ਹੋਣ ਲੱਗੀ, ਚੰਗਾ ਬੀਜਿਆ ਹੋਇਆ ਬੀਜ ਹੋ ਪਿਆ, ਇੱਜ਼ਤ ਰਹਿ ਗਈ। हाँ सत्संगीओ, जियो जे कर्म करेगा ओहो जे फल बीजेगा, ओहो जे बढ़ेगा। बाबा फरीद जी ने ते सिद्धे शब्दां विच कह दिता, उन्हां दी बाणी ठेठ पंजाबी विच है। वो की कहंदे ने? लोड़े दाख बजोरियां किकर बीजे जट हंडे उन कताइंदा पैंदा लोड़े पट। किकरां दे बीज बीजेगा, उन्हां नूं अंगूर नहीं लगन लगे, टंडे ही लगणगे। कपाह बीजेगा ते रेशम नहीं लगेगी। सच्ची सत्संगी, कदी किसान वल देखो, वो जदों बीजण वास्ते जांदा है ते एक एक दाणे नूं टोंदा है, वो कहंदा है बीजणे ने, फिर उगणे भी ने, ते फिर इन्हां नूं वढणा भी है। फिर वो जिहड़ा बीज है ना, एक बोरी ते पा के सिर ते रख के लै जांदा है, ते जदों वढ के लिआंदा है, फिर ते गड्ढियां ते ट्रालियां ट्रकां ते लद लद के लिआंदा है। रब जी दी मर्यादा है, एक बीज बीजेगा कई बीज लगदे ने। ओए किते इन्ने माड़े काम ना कर लई, इन्ना माड़ा कर्मां दा बीज ना बीजी, वढण लगिया तैनूं रोना पवे। इन्ने माड़े काम ना कर लई, इन्ना माड़ा बीज ना बीज लई कि चुकण लगिया तैनूं रोना पवे। ददे दोष ना देऊं किसै, दोष करम अपने
तद्दे दोष न देऊ किसै, दोष कर्मा अपने जो मैं किया सो मैं पाया, जो मैं किया सो मैं पाया, जो मैं किया सो मैं पाया, जो मैं किया सो मैं पाया। दोष न दीजे अवर्गना, दद्दे दोष न देऊ किसै, दोष कर्मा अपने दद्दे दोष न देऊ किसै, दोष कर्मा अपने। तद्दे तार कला जिन छोटी, हर दी दिन रंग किया, तिसदा दिया सबनी लिया, करमी करमी हुक्म पिया, जो मैं किया सो मैं पाया, जो मैं किया सो मैं पाया, जो मैं किया सो मैं पाया, जो मैं किया सो मैं पाया। दोष न दीजे वर्जना, दद्दे दोष न देऊ किसै, दोष कर्मा अपने। सिमरो दद्दे दोष न देऊ किसै, दोष कर्मा अपने। जो मैं किया सो मैं पाया, जो मैं किया सो मैं पाया, जो मैं किया सो मैं पाया, जो मैं किया सो मैं पाया। दोष न दीजे अवर्गना, दद्दे दोष न देऊ किसै, दोष कर्मा अपने। दद्दे दोष न देऊ किसै, दोष कर्मा अपने। लेख ना मिटे सखी, जो लिखिया करतार। जप लो। लेख ना मिटे हे सखी, जो लिखिया करतार। ਕਰਮਾਂ ਦੀ ਅਗਲੀ ਬਾਤ ਸੁਣਿਓ। ਕੁਝ ਦੁੱਖ ਸੁੱਖ ਸਾਡੇ ਪੂਰਵਲੇ ਕਰਮਾਂ ਦੇ ਹੁੰਦੇ ਨੇ। ਬਾਣੀ ਪੂਰਵਲੇ ਕਰਮਾਂ ਨੂੰ ਮੰਨਦੀ ਹੈ। ਮੈਂ ਤੁਹਾਨੂੰ ਪੰਗਤੀ ਮਹਾਰਾਜ ਜੀ ਦੀ ਬਾਣੀ ਵਿੱਚੋਂ ਸੁਣਾਵਾਂ। सुख दुख पूर्व जन्म के किए, सो जाने दिन दाते दिए। एक शब्द दी एक पंक्ति होर सुने दी। पूर्व लिखे का लिखिया पाइए, दुख सुख प्रभ देवनहार। कई दुख ते सुख पूर्वले कर्मां दे भी हुंदे ने। पूर्वले कर्म की हुंदे ने जी? ਜਿਹੜੇ ਪਹਿਲਾਂ ਕੀਤੇ, ਚਾਹੇ 1 ਘੰਟਾ ਹੋਵੇ, ਚਾਹੇ 1 ਮਹੀਨਾ ਹੋਵੇ, ਚਾਹੇ 1 ਸਾਲ ਹੋਵੇ, ਚਾਹੇ 1 ਜਨਮ ਹੋਵੇ ਤੇ ਚਾਹੇ ਕਈ ਜਨਮ ਹੋਣ, ਇਹਨਾਂ ਨੂੰ ਕਹਿੰਦੇ ਨੇ ਪੂਰਵਲੇ ਕਰਮ। ਬਸ
ਅਸੂਲ ਧਰਤੀ ਵਾਲਾ ਹੀ ਰਾਗੂ ਹੁੰਦਾ ਹੈ ਜੋ ਮਹਾਰਾਜ ਸਮਝਾਉਂਦੇ ਨੇ। ਕਹਿੰਦੇ ਜਿਵੇਂ ਆਪਾਂ ਬੀਜ ਬੀਜਦੇ ਹਾਂ, ਕਈ ਬੂਟਿਆਂ ਨੂੰ ਫਲ ਮਹੀਨੇ ਬਾਅਦ ਲੱਗਣ ਲੱਗ ਪੈਂਦੇ ਨੇ, ਕਈ ਬੂਟੇ ਫਲ ਫੁੱਲ 6 ਮਹੀਨੇ ਬਾਅਦ ਦਿੰਦੇ ਨੇ, ਕਈ ਐਸੇ ਨੇ ਜਿਹੜੇ ਸਾਲ ਬਾਅਦ ਵੀ ਦਿੰਦੇ ਨੇ। ਬਿਲਕੁਲ ਇਸੇ ਹੀ ਤਰ੍ਹਾਂ ਸੁਣਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਭਰਪੂਰ ਬਾਤ, ਕਈ ਕਰਮਾਂ ਦਾ ਫਲ ਸਾਨੂੰ ਉਸੇ ਵੇਲੇ ਹੀ ਮਿਲ ਜਾਂਦਾ ਹੈ, ਕਈ ਕਰਮਾਂ ਦਾ ਫਲ ਸਾਨੂੰ 6 ਮਹੀਨੇ ਬਾਅਦ ਸਾਲ ਬਾਅਦ ਮਿਲਦਾ ਹੈ। ਕਈ ਵਾਰ ਐਸਾ ਵੀ ਹੁੰਦਾ ਏ ਜਿਹੜਾ ਆਪਾਂ ਕੰਮ ਕੀਤਾ ਹੁੰਦਾ ਏ ਉਹਦਾ ਫਲ ਨਹੀਂ ਮਿਲਿਆ ਹੁੰਦਾ, ਬੀਜ ਅਜੇ ਸਰੀਰ ਰੂਪੀ ਧਰਤੀ 'ਚ ਹੀ ਪਿਆ ਹੁੰਦਾ ਏ, ਜੀਵ ਦੀ ਮੌਤ ਹੋ ਜਾਂਦੀ ਹੈ। कैसी बात महाराज जी ने बाणी च समझाई, कैसी डूंगी खेड है कर्मां दी। कई कर्म ऐसे हुंदे ने इन्ना डूंगा बीज बीजिया हुंदा है, ਉਹਦਾ ਆਪਾਂ ਨੂੰ ਫਲ ਅਜੇ ਮਿਲਿਆ ਨਹੀਂ ਹੁੰਦਾ, ਜੀਵ ਦੀ ਮੌਤ ਹੋ ਜਾਂਦੀ ਏ। ਤੇ ਸਤ ਸੰਗੀਓ ਉਹ ਕਰਮਾਂ ਦਾ ਫਲ ਭੁਗਤਣ ਵਾਸਤੇ ਜੀਵ ਨੂੰ ਦੁਬਾਰਾ ਜਨਮ ਲੈਣਾ ਪੈਂਦਾ ਹੈ। ਮੈਂ ਤੁਹਾਨੂੰ ਬਾਣੀ ਵਿੱਚੋਂ ਸੁਣਾਵਾਂ, ਹਰ ਇੱਕ ਗੱਲ ਤੁਹਾਨੂੰ ਸੱਚੀ ਲੱਗੇ। दसी मासी मानस किया बन जा रिया मित्रा, कर मोहलत कर्म कमाए, मोहलत कर दीनी कर्म कमाए, जैसा लिखत तुर पाया। ਹੁਣ ਕਈ ਬੱਚੇ ਜੰਮਦੇ ਹੀ ਅਮੀਰ ਹੋ ਜਾਂਦੇ ਨੇ। ਦੇਖੋ ਕਰਮਾਂ ਦੀ ਕੈਸੀ ਖੇਡ ਹੈ। ਉਹ ਜੰਮੇ ਹੀ ਅਮੀਰ ਦੇ ਘਰ, ਜੰਮਦੇ ਨੌਕਰ ਚਾਕਰ ਖਲੋਤੇ ਨੇ। ਤੇ ਕਈ ਬੱਚੇ ਜੰਮਦੇ ਗਰੀਬ ਹੋ ਜਾਂਦੇ ਨੇ। ਤੁਸੀਂ ਤੱਕਦੇ ਹੋਵੋਗੇ ਚੌਂਕਾਂ 'ਚ ਲੋਕ ਖਲੋਤੇ ਮੰਗਦੇ ਨੇ ਵੀ ਬੱਚੇ ਨੂੰ ਦੁੱਧ ਪਿਲਾਉਣਾ ਹੈ। ਕਈ ਬੱਚੇ ਜੰਮਦੇ ਹੀ ਇੰਨੇ ਰੋਗੀ ਹੁੰਦੇ ਨੇ ਤੇ ਦੇਖਣ ਵਾਲਾ ਕਹਿੰਦਾ ਵੀ ਦੱਸ ਇਹਨੇ ਕਿਸੇ ਦਾ ਕੀ ਵਿਗਾੜਿਆ ਹੈ। ਜੰਮਦੇ ਏਡੇ ਏਡੇ ਰੋਗ ਲੱਗ ਜਾਂਦੇ ਨੇ। ਹਾਂ ਸਤ ਸੰਗੀਓ, ਜਨਮ ਹੋ ਗਿਆ ਇਸ ਸਰੀਰ ਰੂਪੀ ਧਰਤੀ ਦੇ ਵਿੱਚ, ਕਰਮਾਂ ਦੇ ਚੰਗੇ ਤੇ ਮੰਦੇ ਫਲ ਪਏ ਨੇ। ਜਿਸ ਤਰ੍ਹਾਂ ਵੱਡਾ ਹੋਏਗਾ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਆਉਣਗੇ। ਜ਼ਿੰਦਗੀ ਕਰਮਾਂ ਅਨੁਸਾਰ ਚੱਲੇਗੀ। ਇੱਕ ਛੋਟੀ ਜੀ ਤੁਹਾਨੂੰ ਉਦਾਹਰਨ ਦੇਵਾਂ। ਇੱਕ ਰਾਜਾ ਹੋਇਆ ਹੈ ਧ੍ਰਿਤਰਾਸ਼ਟਰ। ਸੱਚੀ ਗੁਰੂ ਗੋਬਿੰਦ ਸਿੰਘ ਜੀ ਵੀ ਜਦੋਂ ਇਹ ਕਰਮਾਂ ਦੀ ਖੇਡ ਦੀ ਗੱਲ ਕਰਦੇ ਉਹ ਤੇ 50 ਸਫ਼ਿਆਂ ਤੇ ਲਿਖਦੇ ਨੇ। ਰਾਜਾ ਹੋਇਆ ਧ੍ਰਿਤਰਾਸ਼ਟਰ, ਬੜਾ ਧਰਮੀ ਰਾਜਾ, ਬਹੁਤ ਲੰਬਾ ਚੌੜਾ ਉਸ ਦਾ ਰਾਜ, ਲੋਕੀ ਬੜੀ ਸੋਭਾ ਕਰਦੇ, ਪਰ ਉਹ ਅੱਖਾਂ ਤੋਂ ਅੰਨਾ ਸੀ। ਤੇ ਹੁਣ ਉਹ ਸੀਗਾ ਸੋਹੜ ਸਿਆਣਾ ਬੰਦਗੀ ਵਾਲਾ। ਉਹਨੂੰ ਇਸ ਗੱਲ ਦੀ ਸੋਝੀ ਏ ਕਿ ਤਪੋ ਰਾਜ ਰਾਜੋ ਨਰਕ। ਜਿੰਨੀ ਜਿੰਨੀ ਕਿਸੇ ਦੀ ਦੁਨੀਆ ਵਿੱਚ ਇੱਜ਼ਤ ਵਡਿਆਈ ਹੈ ਨਾ, ਕੋਈ ਮਾਣ ਤਾਣ ਲੈ ਰਿਹਾ ਏ, ਉਹਦੇ ਪਿੱਛੇ ਤਪ ਖਲੋਤਾ ਹੈ। ਤਪ ਤੋਂ ਬਗੈਰ ਕਿਸੇ ਨੂੰ ਵਡਿਆਈ ਰਾਜ ਨਹੀਂ ਮਿਲਦੀ। ਉਹ ਕਹਿੰਦਾ ਜੇ ਤਪੋ ਰਾਜ ਹੈ, ਤਪ ਕੀਤਾ ਏ ਤਾਂ ਹੀ ਮੈਨੂੰ ਰਾਜ ਮਿਲਿਆ ਹੈ, ਮੈਂ ਚੰਗੇ ਭੋਗ ਰਿਹਾ ਏ, ਤੇ ਫਿਰ ਮੈਂ ਅੰਨਾ ਕਿਉਂ ਹੋ ਗਿਆ। ਇੱਕ ਦਿਨ ਬੰਦਗੀ 'ਚ ਬੈਠਾ 100 ਜਨਮ ਪਿੱਛੇ ਨੂੰ ਦੇਖੀ ਜਾਂਦਾ ਹੈ। 100 ਜਨਮ ਪਿੱਛੇ ਵੀ ਦੇਖ ਲਿਆ, ਕੋਈ ਮਾੜਾ ਕੰਮ ਨਹੀਂ ਕੀਤਾ। ਹੁਣ ਆਪਣੇ ਤੋਂ ਉੱਚੀ ਰੂਹ ਨੂੰ ਪੁੱਛਦਾ ਏ ਕਿਉਂ ਅੰਨਾ ਹੋ ਗਿਆ, ਮੈਂ ਤੇ 100 ਜਨਮ ਤੱਕ ਲਿਆ। ਉਹ ਕਹਿੰਦਾ ਤੂੰ ਹੋਰ ਪਿੱਛੇ ਦੇਖ, ਫਲ ਕਰਮਾਂ ਦਾ ਇਹ ਰੱਬ ਕਿਸੇ ਦਾ ਦੋਖੀ ਨਹੀਂ ਹੁੰਦਾ। ਇਕਾਂਤ ਵਿੱਚ ਬੈਠਾ ਸਿਮਰਨ ਵਿੱਚ ਜੁੜਿਆ, ਲਿਵ ਉਸ ਨਿਰੰਕਾਰ ਨਾਲ ਲੱਗ ਗਈ। ਕੀ ਦੇਖਦਾ ਏ 108 ਜਨਮ ਪਿੱਛੇ ਚਲਾ ਗਿਆ। ਇੱਕ ਦਰਖਤ ਦੇ ਥੱਲੇ ਬੈਠਾ ਏ, ਹੱਥ ਵਿੱਚ ਇੱਕ ਡੱਕਾ ਤੀਲਾ ਫੜਿਆ ਹੋਇਆ ਏ, ਇੱਕ ਪਾਸੇ ਇੱਕ ਕਾਢਾ ਕੀੜਾ ਫੜਿਆ ਹੋਇਆ, ਉਹਦੀਆਂ ਅੱਖਾਂ ਵਿੱਚੋਂ ਤੀਲਾ ਮਾਰੀ ਜਾਂਦਾ ਹੈ। ਕਈ ਵਾਰ ਆਪਾਂ ਬੈਠੇ ਹੁੰਦੇ ਨਾ,
ਆਪਾਂ ਬੈਠੇ ਬੈਠੇ ਧਰਤੀ ਤੋਂ ਚੁੱਕ ਕੇ ਕੁਝ ਤੋੜੀ ਜਾਂਦੇ ਹਾਂ, ਮਰੋੜੀ ਜਾਂਦੇ ਹਾਂ ਫੁੱਲ ਪੱਤੀਆਂ, ਸਾਡਾ ਖਿਆਲ ਉਧਰ ਹੁੰਦਾ ਹੀ ਨਹੀਂ। ਉਹ ਜਿਹੜਾ 108 ਜਨਮ ਪਹਿਲਾਂ ਕੀੜੇ ਦੇ ਅੱਖਾਂ ਵਿੱਚ ਟੱਕੇ ਮਾਰੇ ਸੀ ਨਾ, ਉਹ ਮਾੜਾ ਬੀਜਿਆ ਹੋਇਆ ਬੀਜ ਉੱਗ ਪਿਆ। ਲੇਖ ਨਾ ਮੀਟੇਗੀ ਹੈ ਸਖੀ, ਜੋ ਲਿਖਿਆ ਕਰਤਾਰ। ਜਪ ਲਓ ਲੇਖ ਨਾ ਮੀਟੇਗੀ ਹੈ ਸਖੀ, ਜੋ ਲਿਖਿਆ ਕਰਤਾਰ। ਲੇਖ ਨਾ ਮੀਟੇਗੀ ਹੈ ਸਖੀ, ਜੋ ਲਿਖਿਆ ਕਰਤਾਰ। ਸਿਮਰੋ ਲੇਖ ਨਾ ਮਿਟੇਗੀ ਹੈ ਸਖੀ, ਜੋ ਲਿਖਿਆ ਕਰਤਾਰ। ਲਿਖਿਆ ਫੇਰ ਨਾ ਸਕੀਏ, ਜਿਉ ਪਾਵੀ ਤਿਉ ਸਾਰ। ਪਰ ਕਰਨ ਤੇ ਮੇਰਾ ਲੰਬੇਰਾ ਹੈ, ਪਰ ਸਮਾਂ ਦੀ ਸਮਾਪਤੀ ਵੱਲੋਂ ਜਾ ਰਿਹਾ ਹੈ। ਕੀਰਤਨ ਦਾ ਤੱਤ, ਜਿਵੇਂ ਮੈਂ ਆਪ ਜੀ ਨੂੰ ਦੱਸਿਆ, ਹਰੇਕ ਧਰਮ ਦੇ ਕਰਮਾਂ ਪ੍ਰਤੀ ਆਪਣੇ ਆਪਣੇ ਖਿਆਲ ਹੈ ਤੇ ਹਰੇਕ ਵਿਦਵਾਨ ਦੇ ਵੀ ਆਪਣੇ ਖਿਆਲ ਹੈ। ਤੁਸੀਂ ਆਖੋਗੇ ਵੀ ਜੇ ਲੇਖ ਹੀ ਨਹੀਂ ਮਿਟਣੇ, ਫਿਰ ਸਾਨੂੰ ਗੁਰਦੁਆਰੇ ਆਉਣ ਦਾ ਕੀ ਫਾਇਦਾ? ਫਿਰ ਸਾਨੂੰ ਨਿਤਨੇਮ ਕਰਨ ਦਾ ਕੀ ਫਾਇਦਾ? ਫਿਰ ਸਾਨੂੰ ਬਾਣੀ ਪੜ੍ਹਨ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਣੇ? ਭਗਤ ਤਰਲੋਚਨ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਉਹ ਵੀ ਇਸ ਤਰ੍ਹਾਂ ਹੀ ਕਹਿੰਦੇ ਨੇ। ਉਹ ਕਹਿੰਦੇ ਨੇ, ਪੂਰਬ ਲੋ ਕਿਰਤ ਕਰਮ ਨਾ ਮਿਟੇਰੀ ਕਰ ਗਹਿਣ, ਤਾਂ ਚੇ ਮੋਹੇ ਜਪੀਲੇ ਰਾਮ ਚੇ ਨਾਮਕ ਬਦਤ ਤਰਲੋਚਨ ਰਾਮ ਜੀ। ਮੈਂ ਤੇ ਰਾਮ ਨਾਮ ਜਪਦਾ ਹੀ ਤਾਂ ਹੈ ਵੀ ਮੇਰੇ ਕੀਤੇ ਮਾੜੇ ਕੰਮ ਮਿਟ ਜਾਣ। ਜੇ ਮਿਟਣੇ ਹੀ ਤੇ ਰਾਮ ਰਾਮ ਕਰਨ ਦਾ ਕੀ ਫਾਇਦਾ ਹੈ? ਹਾਂ ਸਤ ਸੰਗੀਓ, ਕੀਤੇ ਹੋਏ ਕਰਮਾਂ ਦਾ ਫਲ ਤੇ ਤੈਨੂੰ ਭੁਗਤਣਾ ਹੀ ਪੈਣਾ ਏ। ਗੁਰੂ ਦੀ ਨੇੜਤਾ ਦਾ ਇਹ ਫਲ ਤੈਨੂੰ ਮਿਲ ਜਾਏਗਾ। ਤੇਰੀ ਅਵਸਥਾ ਇੰਨੀ ਉੱਚੀ ਹੋ ਜਾਏਗੀ ਕਿ ਦੁੱਖ ਵੀ ਤੈਨੂੰ ਦੁੱਖ ਨਹੀਂ ਮਹਿਸੂਸ ਹੋਣਗੇ। ਫਿਰ ਸੁਣਿਆ ਜੀ, ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਹੀ ਹੈ। ਗੁਰੂ ਦੀ ਨੇੜਤਾ ਦੀ ਇਹ ਬਖਸ਼ਿਸ਼ ਹੋਏਗੀ, ਤੈਨੂੰ ਦੁੱਖ ਵੀ ਦੁੱਖ ਮਹਿਸੂਸ ਨਹੀਂ